हाँ जी, सत श्री अकाल जी सारिਆਂ ਨੂੰ। ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਆ, ਇਹ ਸਰਦਾਰ ਸਾਹਿਬ ਆਖਰ ਕੌਣ ਆ ਜਿਨ੍ਹਾਂ ਨੂੰ ਜਰਮਨ ਦੀ ਫੌਜ ਦੇ ਵੱਡੇ ਵੱਡੇ ਅਫਸਰ ਸਲੂਟ ਕਰ ਰਹੇ ਆ ਔਰ ਜਰਮਨ ਦੇ ਚਾਂਸਲਰ ਹਿਟਲਰ ਨੇ ਇਹਨਾਂ ਦੀ ਦਲੇਰੀ ਔਰ ਇਹਨਾਂ ਦੀ ਬਹਾਦਰੀ ਨੂੰ ਦੇਖ ਕੇ ਇਹਨਾਂ ਨਾਲ ਹੱਥ ਮਿਲਾਇਆ ਔਰ ਇਹਨਾਂ ਨੂੰ ਇਨਾਮ ਦੇ ਤੌਰ ਦੇ ਉੱਤੇ ਜਰਮਨ ਦੀ ਨਾਗਰਿਕਤਾ ਆਫਰ ਕੀਤੀ, ਜਿਹਨੂੰ ਕਿ ਇਹਨਾਂ ਨੇ ਠੁਕਰਾਤਾ ਸੀ। हाँ जी बिल्कुल जी, ये ਉਹੀ सरदार साहब आ जिन्होंने बाहरले मुल्कों के तो इन्हों का बनता मान सत्कार दिता गया, पर अपने मुल्क के ये एक गुमनामी की मौत मरे। अज तक सरकार इन्हों के नाम के उत्ते रोटियां तो सेकदियां आईयां, पर इन्हों इन्हों का बनता मान सत्कार अज तक नहीं मिल सकिया। इन्हों का नाम है जी जनरल सरदार मोहन सिंह। आखिर ये जनरल सरदार मोहन सिंह कौन सी कि जिन्हों के नाम तो ब्रिटिश आर्मी थर थर कंबदी सी। ਇਹ ਸਰਦਾਰ ਸਾਹਿਬ ਉਹੀ ਆ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ INA ਦੀ ਸਥਾਪਨਾ ਕੀਤੀ, ਜਿਹਨੂੰ ਕਿ ਇੰਡੀਅਨ ਨੈਸ਼ਨਲ ਆਰਮੀ ਕਹਿੰਦੇ ਆ, ਜਿਹਦਾ ਕਿ ਬਾਅਦ ਦੇ ਵਿੱਚ ਨਾਮ ਆਜ਼ਾਦ ਹਿੰਦ ਫੌਜ ਪਿਆ। ਬਹੁਤੇ ਲੋਕ ਇਹ ਨਹੀਂ ਜਾਣਦੇ ਹੋਣੇ ਕਿ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਸਰਦਾਰ ਮੋਹਨ ਸਿੰਘ ਹੁਣਾਂ ਨੇ ਕੀਤੀ ਸੀ, ਨਾ ਕਿ ਸੁਭਾਸ਼ ਚੰਦਰ ਬੋਸ ਹੁਣਾਂ ਨੇ। ਬਹੁਤੇ ਲੋਕੀ ਉਹਦੀ ਐਸਟੈਬਲਿਸ਼ਮੈਂਟ ਨੂੰ ਸਰਦਾਰ ਮੋਹਨ ਸਿੰਘ ਹੁਣਾਂ ਨਾਲੋਂ ਤੋੜ ਕੇ ਸੁਭਾਸ਼ ਚੰਦਰ ਬੋਸ ਹੁਣਾਂ ਨਾਲ ਜੋੜਦੇ ਆ, ਜੋ ਕਿ ਸਰਾਸਰ ਗਲਤ ਆ। सुभाष चंद्र बोस हुणां ने उहदी रीएस्टैबलिशमेंट की सी। एस्टैबलिशमेंट जिहड़ी आ वो सरदार मोहन सिंह हुणां ने की सी। ये सरदार मोहन सिंह हुणी कौन सीगे, इन्हां दा नाम आखिर इन्ना गुमनाम क्यों रहा जेकर इन्हां ने इस देश दे लई एडे एडे काम कीते आ, ਉਹ ਅਸੀਂ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਖਾਂਗੇ। ਤੁਸੀਂ ਇਹ ਛੋਟੀ ਜੀ ਵੀਡੀਓ ਅੰਤ ਤੱਕ ਦੇਖਣੀ ਆ। ਸੋ ਆਜੋ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ। सरदार साहब हुणां दा जन्म 3 जनवरी 1909 ਦੇ ਵਿੱਚ ਸਿਆਲਕੋਟ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਆ, ਉੱਥੇ ਹੁੰਦਾ। ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਤਾਰਾ ਸਿੰਘ ਅਤੇ ਮਾਤਾ ਦਾ ਨਾਮ ਹੁਕਮ ਕੌਰ ਸੀ। ਇਹਨਾਂ ਦੇ ਜਨਮ ਤੋਂ 2 ਮਹੀਨੇ ਪਹਿਲਾਂ ਇਹਨਾਂ ਦੀ ਪਿਤਾ ਦੀ ਮੌਤ ਹੋ ਜਾਂਦੀ ਆ, ਜਿਹਦੇ ਕਾਰਨ ਇਹਨਾਂ ਦੀ ਮਾਤਾ ਨੂੰ ਆਪਣੇ ਪੇਕੇ ਆਉਣਾ ਪੈਂਦਾ। ਇੱਥੇ ਇਹਨਾਂ ਦਾ ਜਨਮ ਹੁੰਦਾ। ਬਚਪਨ ਤੋਂ ਲੈ ਕੇ ਜਵਾਨੀ ਤੱਕ ਇਹ ਇੱਥੇ ਹੀ ਰਹਿੰਦੇ ਆ ਔਰ 1927 ਦੇ ਵਿੱਚ ਇਹ ਆਪਣੇ ਸੈਕੰਡਰੀ ਸਕੂਲ ਦੀ ਪੜ੍ਹਾਈ ਖਤਮ ਕਰਕੇ ਇੰਡੀਅਨ ਆਰਮੀ, ਜਿਹੜੀ ਕਿ ਉਸ ਟਾਈਮ ਬ੍ਰਿਟਿਸ਼ ਆਰਮੀ ਸੀ, ਉਹਦੀ 14ਵੀਂ ਪੰਜਾਬੀ ਬਟਾਲੀਅਨ ਦੇ ਵਿੱਚ ਭਰਤੀ ਹੁੰਦੇ ਆ ਔਰ ਇਹਨਾਂ ਦੀ ਡਿਊਟੀ ਜਿਹੜੀ ਆ ਉਹ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਵਿੱਚ ਲੱਗ ਜਾਂਦੀ ਆ। 1931 ਦੇ ਵਿੱਚ ਇਹਨਾਂ ਦੀ ਜਿਹੜੀ ਪੋਜੀਸ਼ਨ ਆ ਉਹਨੂੰ ਵਧਾ ਕੇ ਕੈਪਟਨ ਲਾਤਾ ਜਾਂਦਾ ਆ ਔਰ ਇਹਨਾਂ ਦੀ 3 ਸਾਲ ਦੀ ਟ੍ਰੇਨਿੰਗ ਹੁੰਦੀ ਆ, ਜਿਹਦੇ ਵਿੱਚ 6 ਮਹੀਨੇ ਟ੍ਰੇਨਿੰਗ ਇਹਨਾਂ ਦੀ ਮੱਧ ਪ੍ਰਦੇਸ਼ ਦੇ ਵਿੱਚ ਔਰ 2.5 ਸਾਲ ਦੀ ਜਿਹੜੀ ਇਹਨਾਂ ਦੀ ਟ੍ਰੇਨਿੰਗ ਆ ਉਹ ਮਿਲਟਰੀ ਅਕੈਡਮੀ ਜਿਹੜੀ ਆ ਦੇਹਰਾਦੂਨ ਦੇ ਵਿੱਚ ਹੁੰਦੀ ਆ। ਉਸ ਤੋਂ ਬਾਅਦ ਇਹਨਾਂ ਦੀ ਥੋੜੀਆਂ ਹੋਰ ਛੋਟੀਆਂ ਥਾਵਾਂ ਦੇ ਉੱਤੇ ਡਿਊਟੀਆਂ ਲਗਾਈਆਂ ਜਾਂਦੀਆਂ ਔਰ 1940 ਦੇ ਵਿੱਚ ਇਹਨਾਂ ਦਾ ਇੱਕ ਵੱਡਾ ਅਫਸਰ ਇਹਨਾਂ ਦੀ ਦਲੇਰੀ ਔਰ ਇਹਨਾਂ ਦੀ ਡਿਊਟੀ ਪ੍ਰਤੀ ਸੁਹਿਰਦਤਾ ਨੂੰ ਦੇਖ ਕੇ ਆਪਣੀ ਭੈਣ ਦਾ ਵਿਆਹ ਇਹਨਾਂ ਨਾਲ ਕਰਵਾਉਂਦਾ, ਜਿਹਦਾ ਕਿ ਨਾਮ ਜਸਵੰਤ ਕੌਰ ਸੀ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੈਕੰਡ ਵਰਲਡ ਵਾਰ 1939 ਦੇ ਵਿੱਚ ਸ਼ੁਰੂ ਹੋ ਗਈ ਸੀ। ਇਸ ਲਈ ਇੱਕ ਪਾਸੇ ਤਾਂ ਜਰਮਨ, ਇਟਲੀ ਔਰ ਜਾਪਾਨ ਦੀਆਂ ਫੌਜਾਂ ਸੀ ਔਰ ਦੂਸਰੇ ਪਾਸੇ ਜਿਹੜੀਆਂ ਆ ਉਹ ਅਲਾਇੰਸ ਦੀਆਂ ਫੌਜਾਂ ਸੀਗੀਆਂ, ਜਿਹਦੇ ਵਿੱਚ ਕਿ ਬ੍ਰਿਟਿਸ਼ ਆਰਮੀ ਵੀ ਆਉਂਦੀ ਸੀ। ਉਸ ਸਮੇਂ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਇੰਡੀਆ ਦੇ ਉੱਤੇ ਬ੍ਰਿਟਿਸ਼ ਆਰਮੀ ਨੇ ਕਬਜ਼ਾ ਕੀਤਾ ਹੋਇਆ ਸੀ, ਇਸੇ ਤਰ੍ਹਾਂ ਜਿੰਨੇ ਕਿ ਸਾਊਥ ਵੈਸਟ ਏਸ਼ੀਅਨ ਸਟੇਟ ਆ, ਜਿਹੜੀਆਂ ਛੋਟੀਆਂ ਜਿਨ੍ਹਾਂ ਦੇ ਵਿੱਚ ਬਰਮਾ, ਸਿੰਗਾਪੁਰ, ਹਾਂਗਕਾਂਗ ਜਾਂ ਮਲੇਸ਼ੀਆ ਆਉਂਦੇ ਸੀ, ਉੱਥੇ ਵੀ ਬ੍ਰਿਟਿਸ਼ ਆਰਮੀ ਨੇ ਆਪਣੀਆਂ ਕਲੋਨੀਆਂ ਬਣਾਈਆਂ ਹੋਈਆਂ ਸੀ। ਸੋ ਜਾਪਾਨ ਦੀ ਫੌਜ ਜਿਹੜੀ ਆ ਉਹ ਇਹਨਾਂ ਦੇ ਉੱਤੇ ਹਮਲਾ ਕਰ ਦਿੰਦੀ ਆ। 1941 ਦੇ ਵਿੱਚ ਸਰਦਾਰ ਮੋਹਨ ਸਿੰਘ ਹੁਣੀ ਜਿਹੜੇ ਆ ਉਹਨਾਂ ਦੀ ਡਿਊਟੀ ਮਲਾਇਆ ਲੱਗਦੀ ਹੈ, ਜਿਹਨੂੰ ਕਿ ਅੱਜ ਕੱਲ੍ਹ ਮਲੇਸ਼ੀਆ ਕਿਹਾ ਜਾਂਦਾ। ਜਾਪਾਨ ਦੀ ਫੌਜ ਨੂੰ ਰੋਕਣ ਦੇ ਲਈ ਉਹ ਜਾਪਾਨ ਦੀ ਫੌਜ ਦੇ ਉੱਤੇ ਹਮਲਾ ਕਰਦੇ ਆ, ਪਰ ਜਾਪਾਨ ਦੀ ਫੌਜ ਪੂਰੀ ਬ੍ਰਿਟਿਸ਼ ਆਰਮੀ ਨੂੰ ਧੱਕ ਕੇ ਪਿੱਛੇ ਲੈ ਜਾਂਦੀ ਆ ਔਰ ਕਾਫੀ ਜਿੰਨੇ ਵੀ ਬ੍ਰਿਟਿਸ਼ ਆਰਮੀ ਹੁੰਦੀ ਆ ਉਹਦੇ ਵਿੱਚ ਫੌਜੀਆਂ ਦੀਆਂ ਮੌਤਾਂ ਹੁੰਦੀਆਂ ਔਰ ਬਾਕੀ ਜਿੰਨੇ ਫੌਜੀ ਬਚਦੇ ਆ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ। ਕੈਦ ਕੀਤੇ ਫੌਜੀਆਂ ਦੇ ਵਿੱਚ ਸਰਦਾਰ ਮੋਹਨ ਸਿੰਘ ਹੁਣੀ ਵੀ ਹੁੰਦੇ ਆ। ਜਿੱਥੇ ਜਾਪਾਨ ਦਾ ਕਮਾਂਡਰ ਇਨ ਚੀਫ ਫੂਜੀਵਾੜਾ ਜਿਹੜਾ ਉਹ ਸਰਦਾਰ ਪ੍ਰੀਤਮ ਸਿੰਘ ਹੁਣਾਂ ਨੂੰ ਨਾਲ ਲੈ ਕੇ ਸਰਦਾਰ ਮੋਹਨ ਸਿੰਘ ਹੁਣਾਂ ਨੂੰ ਇਸ ਗੱਲ ਲਈ ਮਨਾਉਣ ਦੇ ਲਈ ਪਹੁੰਚਦਾ ਆ ਕਿ ਉਹ ਜਾਪਾਨ ਦੀ ਫੌਜ ਦੇ ਨਾਲ ਰਲ ਕੇ ਇੰਡੀਆ ਦੇ ਉੱਤੇ ਜਿਹੜੀ ਇਸ ਟਾਈਮ ਬ੍ਰਿਟਿਸ਼ ਆਰਮੀ ਕਬਜ਼ਾ ਕਰੀ ਬੈਠੀ ਆ ਉਹਦੇ ਉੱਤੇ ਹਮਲਾ ਕਰਨ ਔਰ ਜਾਪਾਨ ਦੀ ਜਿਹੜੀ ਫੌਜ ਆ ਉਹ ਤੁਹਾਨੂੰ ਭਰੋਸਾ ਦਿਵਾਉਂਦੀ ਆ ਕਿ ਉਹ ਤੁਹਾਡਾ ਦੇਸ਼ ਆਜ਼ਾਦ ਕਰਵਾ ਕੇ ਦੇਊਗੀ। ਹੁਣ ਤੁਸੀਂ ਆਪ ਸੋਚੋ ਕਿ ਇੱਕ ਆਮ ਸਿਵਿਲੀਅਨ ਲੋਕ ਆ ਜਿਨ੍ਹਾਂ ਨੂੰ ਸਰਕਾਰ ਦੇ ਖਿਲਾਫ ਬਗਾਵਤ ਕਰਨ ਦੇ ਲਈ ਕਿਹਾ ਜਾਵੇ ਤਾਂ ਉਹਨਾਂ ਦੀ ਕੀ ਹਾਲਾਤ ਹੁੰਦੀ ਆ। ਤੇ ਉੱਥੇ ਹੀ ਇੱਕ ਪਾਸੇ ਸਰਦਾਰ ਮੋਹਨ ਸਿੰਘ ਆ ਜਿਹੜੇ ਕਿ ਬ੍ਰਿਟਿਸ਼ ਆਰਮੀ ਦੇ ਵਿੱਚ ਇੱਕ ਕੈਪਟਨ ਰੈਂਕ ਦੇ ਉੱਤੇ ਮੌਜੂਦ ਸੀਗੇ
ਔਰ ਉਹਨਾਂ ਨੂੰ ਜਿਹੜਾ ਸਰਕਾਰ ਦੇ ਖਿਲਾਫ ਬਗਾਵਤ ਕਰਨ ਦੇ ਲਈ ਕਿਹਾ ਜਾਂਦਾ। ਇਹਨਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਬ੍ਰਿਟਿਸ਼ ਆਰਮੀ ਦੇ ਲਈ ਨਫ਼ਰਤ ਤਾਂ ਹੁੰਦੀ ਆ, ਸੋ ਇਹ ਹਾਂ ਕਰ ਦਿੰਦੇ ਆ ਔਰ ਆਪਣੀ ਜਿੰਨੀ ਵੀ ਉੱਥੇ ਫੌਜ ਹੁੰਦੀ ਆ, ਦੇਸੀ ਫੌਜ ਜਿਹਨੂੰ ਕਿ ਕੈਦੀ ਬਣਾਇਆ ਹੁੰਦਾ ਆ, ਉਹਨਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਹੌਲੀ ਹੌਲੀ ਇਹ 40,000 ਤੱਕ ਦੀ ਫੌਜ ਇਕੱਠੀ ਕਰ ਲੈਂਦੇ ਆ ਔਰ ਇਹ ਜਾਪਾਨ ਦੀ ਫੌਜ ਨੂੰ ਨਾਲ ਲੈ ਕੇ ਇੰਡੀਆ ਦੇ ਉੱਤੇ ਹਮਲਾ ਕਰਨਾ ਚਾਹੁੰਦੇ ਹੁੰਦੇ ਆ। ਪਰ ਜਿਹੜੀ ਜਾਪਾਨ ਦੀ ਫੌਜ ਹੁੰਦੀ ਆ, ਉਹਨਾਂ ਦੇ ਮਨ ਦੇ ਵਿੱਚ ਵੀ ਕਾਲ ਆ ਜਾਂਦਾ ਆ, ਉਹ ਵੀ ਚਲਾਕੀ ਖੇਡਦੇ ਆ। ਉਹ ਚਾਹੁੰਦੇ ਆ ਕਿ 40,000 ਫੌਜ ਦੀ ਬਜਾਏ ਸਰਦਾਰ ਮੋਹਨ ਸਿੰਘ ਉਹਨਾਂ ਦੇ ਨਾਲ 2,000 ਫੌਜ ਲੈ ਕੇ ਇੰਡੀਆ ਦੇ ਉੱਤੇ ਹਮਲਾ ਕਰਨ। ਉਹ ਚਾਹੁੰਦੇ ਹੁੰਦੇ ਆ ਕਿ ਉਹ ਬ੍ਰਿਟਿਸ਼ ਆਰਮੀ ਨੂੰ ਕੱਢ ਕੇ ਜਾਪਾਨ ਆਪਣੀ ਆਰਮੀ ਉੱਥੇ ਲਾਉਣੀ ਚਾਹੁੰਦਾ ਹੁੰਦਾ। ਜਾਪਾਨ ਜਿਹੜਾ ਆ ਉਹ ਇੰਡੀਆ ਨੂੰ ਇੱਕ ਆਪਣੀ ਕਲੋਨੀ ਬਣਾਉਣਾ ਚਾਹੁੰਦਾ ਹੁੰਦਾ, ਜਿਹਨੂੰ ਕਿ ਸਰਦਾਰ ਸਾਹਿਬ ਆਪਣੀ ਤੇਜ਼ ਬੁੱਧੀ ਦੇ ਨਾਲ ਸਮਝ ਲੈਂਦੇ ਆ ਔਰ ਉਹ ਆਪਣੀ ਜਿੰਨੀ ਫੌਜ ਆ ਉਹਨੂੰ ਦੁਬਾਰਾ ਖੇਰੂ ਕਰ ਦਿੰਦੇ ਆ, ਜਿਹਦੇ ਕਰਕੇ ਇਹਨਾਂ ਨੂੰ ਦੁਬਾਰਾ ਫਿਰ ਕੈਦ ਕਰ ਲਿਆ ਜਾਂਦਾ ਆ। ਇਸ ਕੈਦ ਦੇ ਵਿੱਚੋਂ ਇਹਨਾਂ ਨੂੰ ਦੁਬਾਰਾ ਜਰਮਨ ਘੱਲਿਆ ਜਾਂਦਾ, ਜਿੱਥੇ ਕਿ ਜਿੰਨੇ ਵੀ ਉੱਥੇ ਦੇਸੀ ਫੌਜੀ ਹੁੰਦੇ ਆ ਉਹਨਾਂ ਨੂੰ ਇਕੱਠਾ ਕਰਕੇ ਇਹ ਉੱਥੇ ਜਰਮਨ ਦੀ ਫੌਜ ਦੇ ਵੱਲੋਂ ਬ੍ਰਿਟਿਸ਼ ਆਰਮੀ ਦੇ ਉੱਤੇ ਹਮਲਾ ਕਰਦੇ ਆ। ਇਹਨਾਂ ਦੀ ਦਲੇਰੀ ਔਰ ਇਹਨਾਂ ਦੀ ਜੰਗ ਲੜਨ ਦੀ ਕਾਬਲੀਅਤ ਨੂੰ ਦੇਖ ਕੇ ਜਰਮਨ ਦਾ ਚਾਂਸਲਰ ਜਿਹੜਾ ਹਿਟਲਰ ਆ ਉਹ ਇਹਨਾਂ ਨਾਲ ਹੱਥ ਮਿਲਾਉਂਦਾ ਆ ਔਰ ਇਹਨਾਂ ਨੂੰ ਜਰਮਨ ਦੀ ਜਿਹੜੀ ਨਾਗਰਿਕਤਾ ਆ ਉਹ ਆਫਰ ਕਰਦਾ। ਇਹ ਬਿਲਕੁਲ ਮਨਾ ਕਰ ਦਿੰਦੇ ਆ ਔਰ ਕਹਿੰਦੇ ਆ ਕਿ ਜੇਕਰ ਤੁਸੀਂ ਸਾਨੂੰ ਕੁਝ ਦੇਣਾ ਚਾਹੁੰਦੇ ਆ ਤਾਂ ਸਾਨੂੰ ਆਧੁਨਿਕ ਹਥਿਆਰ ਦਿਓ, ਜਿਨ੍ਹਾਂ ਨੂੰ ਲੈ ਕੇ ਅਸੀਂ ਇੰਡੀਆ ਦੀ ਜਿਹੜੀ ਬ੍ਰਿਟਿਸ਼ ਆਰਮੀ ਉਹਦੇ ਉੱਤੇ ਹਮਲਾ ਕਰ ਸਕੀਏ ਔਰ ਆਪਣੇ ਦੇਸ਼ ਨੂੰ ਆਜ਼ਾਦ ਕਰਵਾ ਸਕੀਏ। ਸੋ ਜਰਮਨ ਦੀ ਜਿਹੜੀ ਫੌਜ ਆ ਉਹ ਇਹਨਾਂ ਨੂੰ ਆਧੁਨਿਕ ਹਥਿਆਰ ਦਿੰਦੀ ਆ, ਜਿਨ੍ਹਾਂ ਨੂੰ ਲੈ ਕੇ ਸੁਭਾਸ਼ ਚੰਦਰ ਬੋਸ ਦੇ ਨਾਲ ਰਲ ਕੇ ਇਹ ਬਰਮਾ ਦੇ ਉੱਤੇ ਹਮਲਾ ਕਰਦੇ, ਜਿਹਨੂੰ ਅੱਜ ਕੱਲ੍ਹ ਮਿਆਂਮਾਰ ਕਿਹਾ ਜਾਂਦਾ ਹੈ। ਉੱਥੇ ਵੀ ਉਸ ਸਮੇਂ ਬ੍ਰਿਟਿਸ਼ ਆਰਮੀ ਲੱਗੀ ਹੁੰਦੀ ਆ। ਇਹ ਵੱਡੇ ਪੱਧਰ ਦੇ ਉੱਤੇ ਬ੍ਰਿਟਿਸ਼ ਆਰਮੀ ਦਾ ਘਾਣ ਕਰਦੇ ਆ। ਤਕਰੀਬਨ 50,000 ਤੱਕ ਜਿਹੜੀ ਬ੍ਰਿਟਿਸ਼ ਆਰਮੀ ਆ ਉਹਨੂੰ ਮਾਰਦੇ ਆ। ਪਰ ਕੀ ਹੁੰਦਾ ਹੈ ਕਿ ਅਮਰੀਕਾ ਦੇ ਜੰਗ ਦੇ ਵਿੱਚ ਆ ਜਾਣ ਕਾਰਨ 1945 ਦੇ ਵਿੱਚ ਜੰਗ ਦਾ ਪੂਰਾ ਪਾਸਾ ਪਲਟ ਜਾਂਦਾ ਆ ਔਰ ਜਾਪਾਨ ਜਿਹੜਾ ਹੈ ਉਹਦੇ 2 ਸ਼ਹਿਰਾਂ ਦੇ ਉੱਤੇ ਬੰਬਾਰੀ ਕਰਨ ਦੇ ਨਾਲ ਜਾਪਾਨ ਜਿਹੜਾ ਉਹ ਪਿੱਛੇ ਹਟ ਜਾਂਦਾ ਆ ਔਰ ਜਿਹੜੀ ਜੰਗ ਆ ਉਹਦੀ ਜਿੱਤ ਜਿਹੜੀ ਆ ਉਹ ਅਲਾਈਅੰਸ ਦੀ ਹੁੰਦੀ ਆ ਔਰ ਬ੍ਰਿਟਿਸ਼ ਗਵਰਨਮੈਂਟ ਜਿਹੜੀ ਆ ਉਹ ਫਿਰ ਦੁਬਾਰਾ ਪੈਰਾਂ ਦੇ ਉੱਤੇ ਹੋ ਜਾਂਦੀ ਆ ਔਰ ਇੰਡੀਆ ਦੇ ਉੱਤੇ ਪੂਰੇ ਦੇ ਉੱਤੇ ਦੁਬਾਰਾ ਕਬਜ਼ਾ ਕਰ ਲੈਂਦੀ ਆ। ਇਸ ਤੋਂ ਬਾਅਦ ਸਰਦਾਰ ਮੋਹਨ ਸਿੰਘ ਹੁਣਾਂ ਨੂੰ ਬ੍ਰਿਟਿਸ਼ ਆਰਮੀ ਦੁਆਰਾ ਫੜ ਲਿਆ ਜਾਂਦਾ ਆ ਔਰ ਇਹਨਾਂ ਦੇ ਉੱਤੇ ਲਾਲ ਕਿਲ੍ਹੇ ਦੇ ਉੱਤੇ ਟ੍ਰਾਇਲ ਚਲਾਇਆ ਜਾਂਦਾ। ਲੋਕਾਂ ਦਾ ਦਬਾਅ ਪੈਣ ਦੇ ਕਾਰਨ ਇਹਨਾਂ ਨੂੰ ਸਜ਼ਾ ਤਾਂ ਨਹੀਂ ਹੁੰਦੀ, ਪਰ ਇਹਨਾਂ ਨੂੰ ਆਰਮੀ ਦੇ ਵਿੱਚੋਂ ਕੱਢਤਾ ਜਾਂਦਾ ਹੈ। ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਤਾਂ ਇਹ ਵੰਡ ਹੋ ਜਾਂਦੀ ਆ, ਪਾਕਿਸਤਾਨ ਬਣ ਜਾਂਦਾ ਆ ਔਰ ਇੰਡੀਆ ਇੱਧਰ ਰਹਿ ਜਾਂਦਾ ਆ, ਜਿਹਦੇ ਕਰਕੇ ਇਹਨਾਂ ਨੂੰ ਸਿਆਲਕੋਟ ਛੱਡ ਕੇ ਲੁਧਿਆਣੇ ਆਉਣਾ ਪੈਂਦਾ ਔਰ ਆਜ਼ਾਦੀ ਤੋਂ ਬਾਅਦ ਇਹ ਕਾਂਗਰਸ ਜੁਆਇਨ ਕਰ ਲੈਂਦੇ ਆ ਔਰ 2 ਵਾਰ ਕਾਂਗਰਸ ਵੱਲੋਂ ਰਾਜ ਸਭਾ ਦੇ ਮੈਂਬਰ ਨਿਯੁਕਤ ਕੀਤੇ ਜਾਂਦੇ ਆ। 1999 ਦੇ ਵਿੱਚ ਲੁਧਿਆਣਾ ਵਿੱਚ ਇਹ ਇੱਕ ਗੁੰਮਨਾਮ ਫੌਜੀ ਦੇ ਤੌਰ ਦੇ ਉੱਤੇ ਮਰ ਜਾਂਦੇ ਆ। ਇੱਕ ਫਰੀडम ਫਾਈਟਰ, ਐਡੇ ਵੱਡੇ ਫਰੀडम ਫਾਈਟਰ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਨਾਮ ਜਿਹੜਾ ਉਹ ਇੱਕ ਗੁੰਮਨਾਮ ਦੇ ਤੌਰ ਦੇ ਉੱਤੇ ਰਹਿ ਜਾਂਦਾ ਆ। ਹਾਲਾਂਕਿ ਅਸੀਂ ਦੇਖੀਏ ਤਾਂ ਸੁਭਾਸ਼ ਚੰਦਰ ਬੋਸ ਹੁਣਾਂ ਦਾ ਨਾਮ ਜਿਹੜਾ ਆ ਉਹ ਪੂਰੇ ਇੰਡੀਆ ਦੇ ਵਿੱਚ ਅੱਜ ਤੱਕ ਸਭ ਲੋਕ ਜਾਣਦੇ ਆ, ਪਰ ਇਹਨਾਂ ਨੂੰ ਜਿਨ੍ਹਾਂ ਨੇ ਕਿ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਸੀ ਇਹਨਾਂ ਨੂੰ ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਸਰਦਾਰ ਮੋਹਨ ਸਿੰਘ ਕੌਣ ਸੀਗੇ। ਸੋ ਇਹ ਸਾਡਾ ਸਾਰੇ ਪੰਜਾਬੀਆਂ ਦਾ ਫਰਜ਼ ਬਣਦਾ ਆ ਕਿ ਇਹਨਾਂ ਸਰਦਾਰ ਸਾਹਿਬ ਦੀ ਜਿੰਨੀ ਵੀ ਕੁਰਬਾਨੀ ਆ ਉਹਨੂੰ ਅਸੀਂ ਅਜਾਈਂ ਨਾ ਜਾਣ ਦਈਏ ਔਰ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਆਜ਼ਾਦ ਹਿੰਦ ਫੌਜ ਆ ਉਹਦੀ ਸਥਾਪਨਾ ਸਰਦਾਰ ਮੋਹਨ ਸਿੰਘ ਹੁਣਾਂ ਨੇ ਕੀਤੀ ਸੀ, ਜਿਹਦੇ ਤੋਂ ਬ੍ਰਿਟਿਸ਼ ਆਰਮੀ ਥਰ-ਥਰ ਕੰਬਦੀ ਸੀ ਔਰ ਉਹ ਸੋਚਦੇ ਸੀ ਕਿ ਜੇਕਰ ਸਰਦਾਰ ਮੋਹਨ ਸਿੰਘ ਜਾਪਾਨ ਦੀ ਫੌਜ ਨਾਲ ਰਲ ਗਿਆ ਔਰ ਇੰਡੀਆ ਦੇ ਉੱਤੇ ਹਮਲਾ ਕਰਤਾ ਤਾਂ ਇੰਡੀਆ ਬ੍ਰਿਟਿਸ਼ ਆਰਮੀ ਦੇ ਕੋਲੋਂ ਅੱਜ ਗਿਆ ਤੇ ਕੱਲ ਗਿਆ ਔਰ ਹੋਣਾ ਵੀ ਇਦਾਂ ਹੀ ਸੀ ਜੇਕਰ ਸਰਦਾਰ ਸਾਹਿਬ ਜਾਪਾਨ ਦੀ ਫੌਜ ਨੂੰ ਨਾਲ ਲੈ ਕੇ ਹਮਲਾ ਕਰ ਦਿੰਦੇ ਜਾਂ ਜਾਪਾਨ ਦੀ ਫੌਜ ਸਰਦਾਰ ਸਾਹਿਬ ਹੁਣਾਂ ਦੇ ਲਈ ਇਮਾਨਦਾਰ ਰਹਿੰਦੀ। ਸੋ ਇਹ ਤਾਂ ਸੀਗੀ ਜਾਣਕਾਰੀ ਮੋਟੀ ਸਰਦਾਰ ਮੋਹਨ ਸਿੰਘ ਹੁਣਾਂ ਦੇ ਬਾਰੇ ਦੇ ਵਿੱਚ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਕਿ ਆਪਣੇ ਹੋਰ ਵੀ ਪੰਜਾਬੀ ਭਰਾਵਾਂ ਤੱਕ ਪਹੁੰਚ ਸਕੇ ਔਰ ਇਹਨਾਂ ਨੂੰ ਇਸ ਇਤਿਹਾਸ ਦੇ ਬਾਰੇ ਦੇ ਵਿੱਚ ਪਤਾ ਲੱਗ ਸਕੇ। ਧੰਨਵਾਦ, ਬਹੁਤ ਮਿਹਰਬਾਨੀ।